अस्सलाम वालेकुम जी जी आनू जिंदे वास्ते रहो तो खुश ते आबाद रहो। अज मैं तुहाडे वास्ते लैके आई चने वाले चावल तो मेरे ख्याल नाल सारिਆਂ ਨੂੰ पसंद होणगे और तकरीबन सारिਆਂ ਨੂੰ पकाने भी आंदे होणगे। ਤੇ ਅੱਜ ਮੈਂ ਸੋਚਿਆ ਕਿਉਂ ਨਾ ਮੈਂ ਆਪਣੇ ਤਰੀਕੇ ਨਾਲ ਪਕਾ ਕੇ ਤੁਹਾਨੂੰ ਦੱਸ ਦਵਾਂਗੀ ਕਿਸ ਤਰ੍ਹਾਂ ਮੈਂ ਆਪਣੇ ਵਾਸਤੇ ਚਾਵਲ ਬਣਾਉਂਦੀ ਹਾਂ। ਤੇ ਇਹ ਵੇਖੋ ਜੀ ਮੈਂ ਲਾ ਲਿਆ ਉੱਤੇ ਇੱਕ ਪਤੀਲਾ ਤੇ ਉਹ 'ਚ ਪਾ ਲਿੱਤਾ ਘਿਓ ਤੇ ਨਾਲ ਮੈਂ ਪਾ ਦਿੱਤੇ ਸੀ ਪਿਆਜ਼ ਦੋ ਤੇ ਉਹਨਾਂ ਨੂੰ ਹਲਕਾ ਜਿਹਾ ਬਰਾਊਨ ਕਰ ਲਿਆ ਜੇ ਤੇ ਬਰਾਊਨ ਕਰਕੇ ਤੇ ਇਹਦੇ ਵਿੱਚ ਅਸੀਂ ਥੋੜ੍ਹੇ ਜਿਹੇ ਮਸਾਲੇ ਵੀ ਪਾ ਲਾਂਗੇ। ਇਹ ਮੈਂ ਤੁਹਾਨੂੰ ਵਿਖਾ ਦਿੰਦੀ ਹਾਂ ਜਿਹੜੇ ਮਸਾਲੇ ਜਿਹੜੇ ਚਾਵਲਾਂ 'ਚ ਪੈਂਦੇ ਨੇ। ਤੇ ਇਹ ਜੇ ਤੁਹਾਨੂੰ ਸੁੱਕਾ ਧਨੀਆ ਤੇ ਅਜਵਾਇਣ ਵੀ ਨਜ਼ਰ ਆ ਰਹੀ ਹੋਣੀ ਹੈ ਤੇ ਇਹ ਮੈਂ ਨਾ ਖੁਸ਼ਬੂ ਵਾਸਤੇ ਲਾਜ਼ਮੀ ਪਾ ਦਿੰਦੀ ਹਾਂ। ਤੁਹਾਨੂੰ ਪਤਾ ਚਨੇ ਵਾਲੇ ਜਿਹੜੇ ਚਾਵਲ ਹੁੰਦੇ ਨਾ ਇਹ ਥੋੜ੍ਹੇ ਬਾਦੀ ਹੁੰਦੇ ਨੇ ਤੇ ਇਹਨਾਂ ਵਿੱਚ ਅਗਰ ਥੋੜ੍ਹੀ ਜਿਹੀ ਸੋਡਾ ਸੁਟਾ ਲਵੋ ਤਾਂ ਕੋਈ ਫ਼ਰਕ ਨਹੀਂ ਪੈਂਦਾ। ਇਹ 'ਚ ਬਲਕਿ ਜ਼ਾਇਕਾ ਹੀ ਬਣ ਜਾਂਦਾ ਤੇ ਹਜ਼ਮ ਕਰਨ 'ਚ ਆਸਾਨੀ ਵੀ ਹੋ ਜਾਂਦੀ। ਤੇ ਇਸ ਤਰ੍ਹਾਂ ਜੇ ਹਲਕਾ ਜਿਹਾ ਗੋਲਡਨ ਪਿਆਜ਼ ਦੇ ਵਿੱਚ ਮੈਂ ਦੇਖੋ ਮਸਾਲਾ ਸੁੱਟ ਦਿੱਤਾ ਜੇ ਤੇ ਇਹਨੂੰ ਵੀ ਹਲਕਾ ਜਿਹਾ ਅਸੀਂ ਕਰ ਲਾਂਗੇ ਤਾਂ ਕਿ ਇਹਦੀ ਵੀ ਚੰਗੀ ਜਿਹੀ ਖੁਸ਼ਬੂ ਆਉਣਾ ਸ਼ੁਰੂ ਹੋ ਜਾਏ ਤੇ ਤਾਂ ਕਿ ਸਾਡਾ ਜਿਹੜਾ ਪੁਲਾਅ ਹੈ ਨਾ ਬਹੁਤ ਹੀ ਮਜ਼ੇਦਾਰ ਤੇ ਜ਼ਾਇਕੇਦਾਰ ਬਣੇ। ਨਾਲ ਹੀ ਥੋੜ੍ਹਾ ਜਿਹਾ ਪਾਣੀ ਪਾ ਕੇ ਤੇ ਮੈਂ ਉੱਤੇ ਢੱਕਣ ਰੱਖ ਦਿੱਤਾ ਹੈ ਤਾਂ ਕਿ ਜਿਹੜੀ ਸਾਡੀ ਖੁਸ਼ਬੂ ਹੋਏ ਚਾਵਲਾਂ ਦੀ ਉਹ ਕਿਤੇ ਉਹ ਡੁੱਬ ਨਾ ਜਾਵੇ ਤੇ ਵਿੱਚ ਹੀ ਰਵੇ ਸਾਡੇ ਪੁਲਾਅ 'ਚ। ਇਹ ਦੇਖੋ ਹੁਣ ਢੱਕਣ ਚੁੱਕੇ ਤੇ ਅਸੀਂ ਥੋੜ੍ਹੇ ਜਿਹੇ 3-4 ਟਮਾਟਰ ਨੇ ਸੀ ਉਹਨਾਂ ਨੂੰ ਮੈਂ ਮੋਟਾ ਮੋਟਾ ਕੱਟ ਲਿਆ ਸੀ ਤੇ ਉਹ ਵੀ ਵਿੱਚ ਸੁੱਟ ਦਿੱਤੇ ਨੇ। ਉਹਨੂੰ ਵੀ ਚੰਗੀ ਤਰ੍ਹਾਂ ਅਸੀਂ ਭੁੰਨ ਲਵਾਂਗੇ ਨਾਲ ਹੀ ਤਾਂ ਕਿ ਚੰਗੀ ਤਰ੍ਹਾਂ ਗਲ ਜਾਣ। ਤੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਹਰੀਆਂ ਮਿਰਚਾਂ ਕਿੰਨੀਆਂ ਸਾਰੀਆਂ ਤੇ ਨਾਲ ਮੈਂ ਅਦਰਕ ਕਾਫੀ ਸਾਰਾ ਕੁੱਟਿਆ ਸੀ। ਮੈਂ ਕੂੰਡੀ 'ਚ ਮੋਟਾ ਮੋਟਾ ਕੁੱਟ ਲੈਂਦੀ ਹਾਂ। ਗ੍ਰੈਂਡਰ ਕਰਨ ਦੀ ਜ਼ਰੂਰਤ ਹੀ ਨਹੀਂ ਪੈਂਦੀ ਕਿਉਂਕਿ ਕੂੰਡੀ 'ਚ ਦਾ ਜਿਹੜਾ ਸਵਾਦ ਹੈ ਨਾ ਉਹ ਆਪਣਾ ਹੀ ਇੱਕ ਹੁੰਦਾ। ਇਹ ਵੀ ਸਾਰੀਆਂ ਚੀਜ਼ਾਂ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਥੋੜ੍ਹੀ ਦੇਰ ਮੈਂ ਢੱਕ ਦੇਵਾਂਗੀ ਤਾਂ ਕਿ ਟਮਾਟਰ ਜਿਹੜੇ ਨੇ ਥੋੜ੍ਹੇ ਨਰਮ ਹੋ ਕੇ ਤੇ ਗਲ ਜਾਣ। ਤੇ ਇਹਦੇ ਵਿੱਚ ਨਾਲ ਹੀ ਮੈਂ 3-4 ਨਾ ਇਮਲੀ ਦੀਆਂ ਜਿਹੜੀਆਂ ਗੁਠਲੀਆਂ ਉਹ ਵਿੱਚ ਪਾ ਦਿੱਤੀਆਂ। ਇਮਲੀ ਪਾਉਣ ਨਾਲ ਜਿਹੜਾ ਨਾ ਚਨੇ ਦਾ ਪੁਲਾਅ ਦਾ ਜ਼ਾਇਕਾ ਬਹੁਤ ਵੱਧ ਜਾਂਦਾ ਨੇ। ਤੁਸੀਂ ਇੱਕ ਵਾਰੀ ਚਾਵਲਾਂ 'ਚ ਮੇਰੇ ਕਹਿਣ 'ਤੇ ਪਾ ਕੇ ਵੇਖੋ। ਇਹ ਵੇਖੋ ਹੁਣ ਮੈਂ ਜਿਹੜਾ ਨਮਕ ਹੈ ਉਹ ਵਿੱਚ ਸੁੱਟ ਦਿੱਤਾ। ਇਹ 2 ਟੇਬਲ ਸਪੂਨ ਮੈਂ ਭਰ ਕੇ ਪਾ ਦਿੱਤਾ। ਤੁਸੀਂ ਆਪਣੇ ਟੇਸਟ ਦੇ ਮੁਤਾਬਕ ਪਾ ਦੇਣਾ। ਚਨੇ ਤੁਹਾਨੂੰ ਸਾਈਡ 'ਤੇ ਨਜ਼ਰ ਆਉਂਦੇ ਹੀ ਹੋਣਗੇ। ਚਨੇ ਮੈਂ ਪਹਿਲਾਂ ਹੀ ਉਬਾਲ ਕੇ ਰੱਖ ਲਏ ਸੀ ਤੇ ਇਹਦੇ ਵਿੱਚ ਮੈਂ 1 ਚਮਚ ਨਮਕ ਪਾ ਕੇ ਤੇ ਇਹਨਾਂ ਨੂੰ ਕੋਈ 15 ਮਿੰਟ ਵੇਟ ਲਾ ਕੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਗਲਾ ਲਿਆ ਸੀ ਤੇ ਉਹਨਾਂ ਨੂੰ ਮੈਂ ਸਾਈਡ 'ਤੇ ਰੱਖ ਦਿੱਤਾ। ਤੇ 1 ਚਮਚ ਭਰ ਕੇ ਮੈਂ ਸੁਰਖ ਮਿਰਚ ਵੀ ਪਾ ਦਿੱਤੀ ਹੈ ਤਾਂ ਕਿ ਜਿਹੜਾ ਸਾਡਾ ਜਿਹੜਾ ਪੁਲਾਅ ਹੈ ਨਾ ਖੂਬ ਸਾਰਾ ਸਪਾਈਸੀ ਜਿਹਾ ਬਣ ਜਾਏ ਤਾਂ ਕਿ ਖਾਣ ਲੱਗਿਆ ਸਵਾਦ ਆ ਜਾਏ। ਜਿਹੜਾ ਵੀ ਖਾਵੇ ਕਵੇ ਵਾਕਈ ਪੁਲਾਅ ਪੱਕਾ ਹੈ। ਵੇਖੋ ਜੀ ਦੇਖੋ ਸਾਰੀਆਂ ਚੀਜ਼ਾਂ ਮਿਕਸ ਹੋ ਗਈਆਂ। ਜਿਹੜਾ ਹੈਗਾ ਸਾਡਾ ਮਸਾਲਾ ਬਹੁਤ ਚੰਗੀ ਤਰ੍ਹਾਂ ਭੁੱਜ ਗਿਆ ਤੇ ਇਹਦੇ ਵਿੱਚ ਹੀ ਮੈਂ ਸਾਰਾ ਕੁਛ ਇਸ ਤਰ੍ਹਾਂ ਹੀ ਪਾ ਦਾਂਗੀ। ਮੈਂ ਪਾਣੀ ਓਨਾ ਹੀ ਪਾਇਆ ਸੀ ਜਿੰਨਾ ਕਿ ਮੈਨੂੰ ਚਾਵਲਾਂ 'ਚ ਜ਼ਰੂਰਤ ਹੈਗੀ ਸੀ। ਇਹ 'ਚ ਤੁਸੀਂ ਬਹੁਤ ਜ਼ਿਆਦਾ ਪਾਣੀ ਨਹੀਂ ਪਾਉਣਾ। ਜਿੰਨੇ ਕਿ ਤੁਹਾਡੇ ਚਾਵਲ ਨੇ ਉਸ ਹਿਸਾਬ ਨਾਲ ਥੋੜ੍ਹਾ ਜਿਹਾ ਪਾਣੀ ਪਾ ਕੇ ਚਨੇ ਉਬਾਲ ਲੈਣੇ ਨੇ ਤੇ ਤਾਂ ਕਿ ਤੁਹਾਨੂੰ ਐਕਸਟਰਾ ਪਾਣੀ ਪਾਉਣ ਦੀ ਜ਼ਰੂਰਤ ਨਾ ਪਵੇ। ਅਗਰ ਇਸ ਤਰੀਕੇ ਨਾਲ ਤੁਸੀਂ ਚਾਵਲ ਬਣਾਓਗੇ ਨਾ ਤਾਂ ਤੁਹਾਡਾ ਪੁਲਾਅ ਜਿਹੜਾ ਨਾ ਕਿਸੇ ਵੀ ਦੇਗੀ ਪੁਲਾਅ ਤੋਂ ਘੱਟ ਨਹੀਂ ਹੋਏਗਾ। ਇਹ ਦੇਖੋ ਜੀ ਮੈਂ ਤਿੰਨਾਂ ਦਾ ਸਾਰਾ ਪਾਣੀ ਲਾ ਲਿੱਤਾ ਹੈ। ਚਾਵਲ ਮੇਰੇ ਕੋਲ ਹੈਗੇ ਸੀ 1.25 ਕਿਲੋ ਤੇ ਚਨੇ ਮੇਰੇ ਕੋਲ ਹੈਗੇ ਸੀ 1/2 ਕਿਲੋ। ਤੇ ਇਹ ਦੇਖੋ ਹੁਣ ਇਹਦੇ ਵਿੱਚ ਅਸੀਂ ਪਾ ਕੇ ਤੇ ਮਜ਼ੇਦਾਰ ਜਿਹਾ ਪੁਲਾਅ ਪਕਾ ਲਾਂਗੇ। ਪੁਲਾਅ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਜਦੋਂ ਤੁਸੀਂ ਪਕਾਉਂਦੇ ਹੋਵੋ ਤੇ ਜੇ ਤੁਹਾਡੇ ਜਿਹੜੀ ਖੁਸ਼ਬੂ ਹੈ ਨਾ ਬਾਹਰ ਤੱਕ ਜਾਣੀ ਚਾਹੀਦੀ ਹੈ ਕਿ ਲੈ ਵੀ ਇਸ ਘਰ ਅੱਜ ਪੁਲਾਅ ਪੱਕਾ ਹੈ। ਚਾਵਲ ਵਿੱਚ ਪਾ ਕੇ ਮੈਂ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲਾਂਗੀ। ਤੁਸੀਂ ਦੇਖ ਰਹੇ ਹੋ ਕਿਉਂਕਿ ਚਾਵਲ ਘੱਟ ਨੇ ਤੇ ਚਨੇ ਕਾਫੀ ਜ਼ਿਆਦਾ ਲੱਗ ਰਹੇ ਨੇ ਤੇ ਚਾਵਲਾਂ ਦਾ ਮਜ਼ਾ ਹੀ ਤਦ ਆਉਂਦਾ ਹੈ ਚਨੇ ਵਾਲੇ ਪੁਲਾਅ ਦਾ ਕਿ ਚਨੇ ਕਾਫੀ ਸਾਰੇ ਹੋਣ ਤੇ ਪਾਣੀ ਵੀ ਤੁਸੀਂ ਕਮ ਹੀ ਪਾਉਣਾ ਹੈ ਤੇ ਤਾਂ ਕਿ ਸਾਡਾ ਚਾਵਲਾਂ ਦਾ ਜਿਹੜਾ ਦਾਣਾ ਦਾਣਾ ਖਿਲਿਆ ਖਿਲਿਆ ਬਣੇ। ਥੋੜ੍ਹੀ ਦੇਰ ਵਾਸਤੇ ਢੱਕਣ ਦੇ ਦੇਣਾ ਤਾਂ ਕਿ ਚਾਵਲ ਜਿਹੜੇ ਨੇ ਚੰਗੀ ਤਰ੍ਹਾਂ ਪਕਣਾ ਸ਼ੁਰੂ ਹੋ ਜਾਣ ਤੇ ਉਸ ਤੋਂ ਬਾਅਦ ਤੁਸੀਂ ਕੜਾ ਕਰਕੇ ਚਮਚ ਫੇਰਨਾ ਤੇ ਦੇਖੋ ਜੀ ਚਾਵਲ ਬਿਲਕੁਲ ਜਿਹੜੇ ਨੇ ਬਹੁਤ ਹੀ ਜ਼ਬਰਦਸਤ ਪਕਣਗੇ। ਇਸ ਦੇ ਨਾਲ ਹੀ ਅਗਰ ਚੈਨਲ 'ਤੇ ਨਹੀਂ ਹੈ ਤਾਂ ਲਾਜ਼ਮੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦੇ ਬਟਨ ਨੂੰ ਦਬਾ ਲਓ ਤਾਂ ਕਿ ਮੇਰੀ ਨਵੀਂ ਆਉਣ ਵਾਲੀ ਵੀਡੀਓ ਤੋਂ ਤੁਸੀਂ ਆਗਾਹ ਰਹਿ ਸਕੋ। ਤੇ ਵੀਡੀਓ ਨੂੰ ਲਾਜ਼ਮੀ ਆਪਣੇ ਦੋਸਤਾਂ ਯਾਰਾਂ ਬੇਲੀਆਂ ਦੇ ਨਾਲ ਸ਼ੇਅਰ ਵੀ ਲਾਜ਼ਮੀ ਕਰਿਆ ਕਰੋ। ਇਹ ਦੇਖੋ ਜੀ ਚਾਵਲ ਕਿਤਨੇ ਸੋਹਣੇ ਲੱਗ ਰਹੇ ਨੇ ਔਰ ਬਹੁਤ ਹੀ ਮਜ਼ੇ ਦੀ ਖੁਸ਼ਬੂ ਆ ਰਹੀ ਹੈ। ਫਿਰ ਇੱਕ ਵਾਰੀ ਮੈਂ ਢੱਕ ਦਿੱਤਾ ਹੈ ਤਾਂ ਕਿ ਇਹਦਾ ਪਾਣੀ ਜ਼ਰਾ ਜਿਹੜਾ ਨਾ ਘੱਟ ਵੀ ਹੋ ਜਾਏ ਤੇ ਨਾਲ ਚਾਵਲ ਜਿਹੜੇ ਨੇ ਸਾਡੇ ਬਹੁਤ ਸੋਹਣੇ ਗਲ ਵੀ ਜਾਣ। ਇਹ ਦੇਖੋ ਹੁਣ ਬਿਲਕੁਲ ਐਂਡ 'ਤੇ ਆਉਣ ਵਾਲਾ ਹੈ ਤੇ ਇਹਦੇ ਨਾਲ ਹੀ ਹੁਣ ਮੈਂ ਵਿੱਚ ਇਹਦੇ 'ਚ ਥੋੜ੍ਹਾ ਜਿਹਾ ਅਚਾਰ ਪਾ ਦਾਂਗੀ। ਇਹ ਅਚਾਰ ਜਿਹੜਾ ਹੈ ਅੰਬ ਦਾ ਤੇ ਨਾਲ ਹਰੀਆਂ ਮਿਰਚਾਂ ਚਾਰ ਕੇ ਪਾ ਦਿੱਤੀਆਂ ਕਿਉਂਕਿ ਅਸੀਂ ਦੇਗੀ ਪੁਲਾਓ ਚਨੇ ਵਾਲਾ ਬਣਾ ਰਹੇ ਹਾਂ ਤੇ ਇਹਦੇ ਵਿੱਚ ਇਹ ਚੀਜ਼ਾਂ ਲਾਜ਼ਮੀ ਹੁੰਦੀਆਂ ਤੇ ਇਹਦੇ ਨਾਲ ਇਹਦੀ ਖੁਸ਼ਬੂ ਤੇ ਜ਼ਾਇਕਾ ਬਹੁਤ ਹੀ ਵੱਧ ਜਾਂਦਾ। ਤੁਸੀਂ ਵੀ ਇਹ ਚੀਜ਼ਾਂ ਲਾਜ਼ਮੀ ਪਾਉਣਾ ਤੇ ਫਿਰ ਬਾਅਦੋਂ ਤੁਸੀਂ ਖਾਓਗੇ ਤੇ ਪੁਲਾਅ ਯਾਦ ਕਰੋਗੇ ਕਿ ਲਓ ਜੀ ਕਿਸ ਤਰ੍ਹਾਂ ਦਾ ਪੁਲਾਅ ਬਣਾਇਆ ਸੀ ਤੇ ਜਿਹੜਾ ਖਾਏਗਾ ਤੇ ਤੁਹਾਡੇ ਜ਼ਰੂਰ ਤਾਰੀਫ ਕਰੇਗਾ ਔਰ ਪੁੱਛੇਗਾ ਲੈ ਵੀ ਇਹ ਚਾਵਲ ਘਰ ਬਣਾਏ ਨੇ ਕਿ ਦੇਖਦੇ ਆਏ ਨੇ। ਇਹ ਦੇਖੋ ਜੀ ਮੈਂ ਚਮਚ ਮਾਰ ਕੇ ਚੰਗੀ ਤਰ੍ਹਾਂ ਇਹਦਾ ਪਾਣੀ ਖੁਸ਼ਕ ਕਰ ਲੈਣਾ ਤੇ ਜਦੋਂ ਹਲਕਾ ਹਲਕਾ ਜਿਹਾ ਪਾਣੀ ਰਹਿ ਜਾਏਗਾ ਤੇ ਚਾਵਲ ਦੇਖਣ ਤੇ ਵੀ ਤੁਹਾਨੂੰ ਲੱਗ ਰਿਹਾ ਹੋਣਾ ਕਿ ਹਲੇ ਬਿਲਕੁਲ ਜ਼ਰਾ ਨਾ ਖੜੇ ਖੜੇ ਹੈਗੇ ਨੇ। ਜਦੋਂ ਕੋਈ ਅਸੀਂ ਇਸ ਤਰ੍ਹਾਂ ਦੇ ਚਾਵਲ ਪਕਾਉਂਦੇ ਹਾਂ ਤੇ ਉਹਨੂੰ ਥੋੜ੍ਹਾ ਥੋੜ੍ਹਾ ਕੱਚਾ ਹੀ ਰੱਖਣਾ ਚਾਹੀਦਾ ਤਾਂ ਕਿ ਉਹ ਦਮ 'ਚ ਖਿਲ ਜਾਣ ਔਰ ਬਹੁਤ ਅੱਛੀ ਤਰ੍ਹਾਂ ਪੱਕ ਜਾਣ ਤੇ ਖਿਲੇ ਖਿਲੇ ਸਾਡੇ ਚਾਵਲ ਬਣ ਜਾਣ।
ਜਦੋਂ ਵੀ ਚਾਵਲ ਪਕਾਓ ਤੇ ਮੋਟੇ ਪੈਂਦੇ ਵਾਲੇ 'ਚ ਪਕਾਓ। ਇੱਥੇ ਦੇਖੋ ਜੀ ਮੈਂ ਦਮ ਲਗਾ ਤਾ ਸੀ। ਇੱਥੇ ਮੇਰਾ ਕੈਮਰਾ ਬੰਦ ਹੋ ਗਿਆ ਸੀ ਤੇ ਇਹ ਦੇਖੋ 15 ਮਿੰਟ ਬਾਅਦ ਮੈਂ ਖੋਲ ਕੇ ਚਾਵਲ ਤੁਹਾਨੂੰ ਦਿਖਾ ਰਹੀ ਹਾਂ। ਮਾਸ਼ਾਅੱਲਾ ਚਾਵਲਾਂ ਦੀ ਸ਼ਕਲ ਦੇਖੋ ਕਿੰਨੀ ਪਿਆਰੀ ਲੱਗ ਰਹੀ ਹੈ ਔਰ ਬਹੁਤ ਮਜ਼ੇਦਾਰ ਲੱਗ ਰਹੇ ਨੇ। ਇੱਥੇ ਮੈਂ ਤੁਹਾਨੂੰ ਪਲੇਟ 'ਚ ਕੱਢ ਕੇ ਵਿਖਾਉਂਦੀ ਹਾਂ। ਇਹ ਦੇਖੋ ਇਹ ਚਾਵਲਾਂ ਦੇ ਨਾਲ ਮੈਂ ਇੱਕ ਬਹੁਤ ਮਜ਼ੇਦਾਰ ਰਾਇਤਾ ਵੀ ਬਣਾਇਆ ਸੀ ਦਹੀਂ ਦਾ, ਜਿਹੜਾ ਕਿ ਮੈਨੂੰ ਬੜਾ ਹੀ ਪਸੰਦ ਹੈਗਾ। ਚਾਵਲਾਂ ਦੇ ਨਾਲ ਚਨੇ ਵਾਲੇ ਚਾਵਲਾਂ ਦੇ ਨਾਲ ਇੱਕ ਖਾਸ ਰਾਇਤਾ ਬਣਾਉਂਦੀ ਹਾਂ ਮੈਂ। ਉਹਦੀ ਮੈਂ ਰੈਸਪੀ ਫੇਰ ਕਦੀ ਪਾਵਾਂਗੀ। ਵੈਸੇ ਮੈਂ ਤੁਹਾਨੂੰ ਇਹਦੇ ਨਾਲ ਵਿਖਾਵਾਂਗੀ ਖਾਂਦੇ ਹੋਇਆ ਜਿਹੜਾ ਸਵਾਦ ਆਇਆ ਸੀ ਨੇ ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਇਹ ਤਾਂ ਤੁਸੀਂ ਆਪ ਬਣਾਓਗੇ ਤੇ ਖਾਓਗੇ ਤੇ ਫਿਰ ਮੈਨੂੰ ਯਾਦ ਕਰੋਗੇ, ਦੱਸਣਾ ਕਿ ਕਿਸ ਤਰ੍ਹਾਂ ਦਾ ਪੁਲਾਓ ਬਣਿਆ ਸੀ। ਕਮੈਂਟ 'ਚ ਲਾਜ਼ਮੀ ਦੱਸਣਾ। ਇਹ ਵੇਖੋ ਜੀ ਵੀ ਰਾਇਤਾ ਵੀ ਆ ਗਿਆ। ਇਹ ਪੁਦੀਨੇ ਦੀ ਚਟਨੀ ਵਾਲਾ ਰਾਇਤਾ ਨਾਲ, ਤੇ ਇਹਦੇ ਵਿੱਚ ਮੈਂ ਹੋਰ ਵੀ ਚੀਜ਼ਾਂ ਪਾਈਆਂ ਸੀ। ਜਦੋਂ ਮੈਂ ਇਹਦੀ ਵੀਡੀਓ ਪਾਵਾਂਗੀ ਤੇ ਤੁਸੀਂ ਉਹ ਵੀ ਲਾਜ਼ਮੀ ਵੇਖਣਾ। ਤੇ ਮੇਰੇ ਕਹਿਣ ਤੇ ਇੱਕ ਵਾਰੀ ਲਾਜ਼ਮੀ ਹੈ ਚਾਵਲ ਬਣਾ ਕੇ ਤੇ ਖਾ ਕੇ ਤੁਸੀਂ ਵੇਖਣਾ ਤੇ ਫਿਰ ਮੈਨੂੰ ਕਮੈਂਟ 'ਚ ਦੱਸਣਾ ਕਿ ਤੁਹਾਨੂੰ ਇਹ ਕਿਸ ਤਰ੍ਹਾਂ ਦਾ ਲੱਗਾ। ਇਹਦੇ ਨਾਲ ਹੀ ਮੈਂ ਇਜਾਜ਼ਤ ਚਾਹਵਾਂਗੀ। ਰੱਬ ਰਾਖਾ।